ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ। ਅੱਜ ਦਾ ਆਪਣਾ ਟੌਪਿਕ ਹੈ ਸੰਵਿਧਾਨ ਸਭਾ ਅਤੇ ਭਾਰਤ ਦੇ ਸੰਵਿਧਾਨ ਦਾ ਨਿਰਮਾਣ। ਕਿਹੜੇ ਤੱਤ ਜ਼ਿੰਮੇਵਾਰ ਸੀ ਸੰਵਿਧਾਨ ਦੇ ਨਿਰਮਾਣ ਦੇ ਵਿੱਚ, ਕਿੱਦਾਂ ਇਹ ਪ੍ਰੋਸੈਸ ਚੱਲਿਆ, ਇੰਪੋਰਟੈਂਟ ਟੌਪਿਕ ਹੈ। ਇਸ ਤੋਂ ਇਲਾਵਾ ਮੇਰੇ ਚੈਨਲ ਦੇ ਉੱਤੇ ਸਾਰੀ ਵੀਡੀਓ ਪਲੇਲਿਸਟ ਬਣਾਈ ਹੋਈ ਹੈ। ਕੁਝ ਜਿਹੜੇ ਕਨਸੈਪਟ ਨੇ ਮੈਂ ਪਬਲਿਕ ਐਡ ਵਾਲਿਆਂ ਨੂੰ ਕਰਵਾਏ ਸੀ, ਸੋ ਤਾਂ ਕਰਕੇ ਸੇਮ ਟੌਪਿਕ ਸੀ ਤਾਂ ਆਪਾਂ ਨੇ ਇਹ ਤੁਹਾਡੀ ਪਲੇਲਿਸਟ ਵਿੱਚ ਵੀ ਸੇਮ ਟੂ ਸੇਮ ਟੌਪਿਕ ਰੱਖੇ ਨੇ, ਬਿਕੋਜ਼ ਉਹ ਤੁਹਾਨੂੰ ਵੀ ਜਿਹੜੇ ਹੈਗੇ ਨੇ ਕਨਸੈਪਟ ਆਉਣੇ ਨੇ। ਸੋ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਹ ਨਹੀਂ ਪੜ੍ਹਨੇ, ਸਾਰੇ ਹੀ ਜਿੰਨੀ ਵੀ ਪਲੇਲਿਸਟ BA ਸਮੈਸਟਰ 3 ਪੋਲੀਟੀਕਲ ਸਾਇੰਸ ਦੀ ਬਣੀ ਹੋਈ ਹੈ ਤਾਂ ਤੁਸੀਂ ਉਹ ਸਾਰੀ ਪੜ੍ਹਨੀ ਹੈ, ਠੀਕ ਹੈ। ਤਾਂ ਸੰਵਿਧਾਨ ਸਭਾ ਅਤੇ ਭਾਰਤ ਦੇ ਸੰਵਿਧਾਨ ਦਾ ਨਿਰਮਾਣ। ਤਾਂ ਫਸਟ ਆਫ ਆਲ ਤਾਂ ਸੰਵਿਧਾਨ ਸਭਾ ਦੀ ਬਣਤਰ, ਸੰਵਿਧਾਨਕ ਸਭਾ 'ਤੇ ਨੋਟ ਲਿਖੋ। ਕੋਈ ਵੀ ਕੁਐਸਚਨ ਆ ਜਾਏ, ਦੇਖੋ ਆਪਾਂ ਨੇ ਐਵੇਂ ਹੀ ਅਟੈਂਪਟ ਕਰਕੇ ਆਉਣਾ ਹੈ। ਸੰਸਾਰ ਦੇ ਇਤਿਹਾਸ ਦਾ ਸਭ ਤੋਂ ਵੱਡਾ, ਜੇ ਆਪਾਂ ਗੱਲ ਕਰੀਏ, ਸੰਵਿਧਾਨ ਆਪਣੇ ਦੇਸ਼ ਦਾ ਹੈ। ਤਾਂ ਇਸ ਦੀ ਐਗਜ਼ਾਮਪਲ ਅਸੀਂ ਕਿੱਥੋਂ ਲਈ ਸੀ? ਸੰਯੁਕਤ ਰਾਜ ਅਮਰੀਕਾ ਤੋਂ, ਕਿ ਸੰਵਿਧਾਨਕ ਸਭਾ ਸਾਡੇ ਦੇਸ਼ 'ਚ ਵੀ ਹੋਣੀ ਚਾਹੀਦੀ ਹੈ। ਅਸੀਂ ਇਹ ਆਈਡੀਆ ਲਿਆ ਸੰਯੁਕਤ ਰਾਜ ਅਮਰੀਕਾ ਤੋਂ। ਅਮਰੀਕਾ ਦਾ ਸੰਵਿਧਾਨ ਸਭਾ ਦੇ ਦੁਆਰਾ ਬਣਾਇਆ ਹੋਇਆ, ਤਾਂ ਅਸੀਂ ਵੀ ਜਿਹੜਾ ਹੈ ਸੰਵਿਧਾਨਕ ਸਭਾ ਦਾ ਗਠਨ ਕੀਤਾ। ਇਹ ਵਿਚਾਰ ਆਇਆ ਸੀ ਸਭ ਤੋਂ ਪਹਿਲਾਂ 1922 ਈਸਵੀ ਦੇ ਵਿੱਚ ਮਹਾਤਮਾ ਗਾਂਧੀ ਨੂੰ। ਫਿਰ ਉਸ ਤੋਂ ਬਾਅਦ ਕਾਂਗਰਸ ਨੇ ਡਿਮਾਂਡ ਕੀਤੀ 1935 ਦੇ ਵਿੱਚ, ਲੇਕਿਨ ਬ੍ਰਿਟਿਸ਼ ਵਾਲਿਆਂ ਨੇ ਜੋ ਦਿੱਤਾ ਜਵਾਬ, ਤਾਂ ਉਹ ਕਹਿੰਦੇ ਵੀ ਅਸੀਂ ਨਹੀਂ ਐਸਾ ਕੁਝ ਕਰ ਸਕਦੇ, ਤਾਂ ਉੱਥੇ ਹੀ ਇਹ ਚੀਜ਼ ਜਿਹੜੀ ਸੀਗੀ ਸਟਾਪ ਹੋ ਗਈ। ਮੁਸਲਿਮ ਲੀਗ ਦੇ ਜਿਹੜੇ ਨੇਤਾ ਸੀ ਜਿਨਾਹ, ਦਸੰਬਰ 1939 ਈਸਵੀ ਦੇ ਵਿੱਚ ਕਾਂਗਰਸ ਦੀ ਸੰਵਿਧਾਨ ਸਭਾ ਦੀ ਮੰਗ ਦਾ ਇਹਨਾਂ ਨੇ ਵਿਰੋਧ ਕੀਤਾ। ਇਹਨਾਂ ਨੂੰ ਐਸੀ ਕਿ ਸਾਡੇ ਖਿਲਾਫ ਕੀ ਪਤਾ ਕੀ ਪਾਸ ਕਰ ਦੇਣਗੇ, ਠੀਕ ਹੈ। ਸੋ ਅਗਸਤ 1940 ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਇੱਕ ਪ੍ਰਸਤਾਵ ਦੁਆਰਾ ਸੰਵਿਧਾਨ ਸਭਾ ਦੀ ਮੂਲ ਮੰਗ ਨੂੰ ਜਿਹੜਾ ਸੀ ਸਵੀਕਾਰ ਕਰ ਲਿਆ। ਵਾਇਸਰਾਏ ਲਾਰਡ ਲਿਨਲਿਥਗੋ ਨੇ 8 ਅਗਸਤ 1940 ਨੂੰ ਇੱਕ ਘੋਸ਼ਣਾ ਦੇ ਦੁਆਰਾ ਇਹ ਸਪਸ਼ਟ ਕੀਤਾ ਕਿ ਮਹਾਯੁੱਧ, ਠੀਕ ਹੈ, ਜਿਹੜਾ ਉਦੋਂ ਵਰਲਡ ਵਾਰ ਚੱਲ ਰਹੀ ਸੀ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਭਾਰਤ ਦੇ ਵਿੱਚ ਡੋਮੀਨੇਸ਼ਨ ਦੀ ਜਿਹੜੀ ਪ੍ਰੀ ਪਾਰਟੀ ਹੈ ਅਤੇ ਪੂਰਨ ਜ਼ਿੰਮੇਵਾਰ ਸਰਕਾਰ ਦੀ ਸਥਾਪਨਾ ਜਿਹੜੀ ਹੈ ਕੀਤੀ ਜਾਏਗੀ, ਅਤੇ ਨਾਲ ਹੀ ਇੱਕ ਸੰਵਿਧਾਨ ਸਭਾ ਦਾ ਵੀ ਪ੍ਰਬੰਧ ਕੀਤਾ ਜਾਏਗਾ। ਬਿਕੋਜ਼ ਜਿਹੜਾ ਹੈ ਸੰਵਿਧਾਨ ਬਹੁਤ ਜ਼ਿਆਦਾ ਜ਼ਰੂਰੀ ਸੀ। 1919 ਉਸ ਤੋਂ ਬਾਅਦ 'ਚ ਜਿਹੜਾ ਹੈ ਭਾਰਤ ਦਾ ਐਕਟ ਜਿਹੜਾ ਬਣਿਆ ਹੈਗਾ 1935 ਦਾ ਭਾਰਤ ਅਧਿਨਿਯਮ ਐਕਟ, ਤਾਂ ਇਹਦੇ ਵਿੱਚ ਵੀ ਜਿਹੜਾ ਸੀਗਾ ਇੱਕ ਕੱਚਾ ਜਿਹਾ ਖਾਕਾ ਜਿਹੜਾ ਸੀਗਾ ਉਹ ਬਣਾਇਆ ਗਿਆ ਸੀ ਕਿ ਭਾਰਤ ਦੇ ਸੰਵਿਧਾਨ ਦੇ ਅੰਦਰ ਕੀ ਹੋਣਾ ਚਾਹੀਦਾ ਹੈ। ਲੇਕਿਨ ਕਾਫੀ ਕੁਝ ਜਿਹੜਾ ਸੀ ਬਰਤਾਨਵੀ ਸਰਕਾਰ ਨੇ ਬਣਾਇਆ ਸੀ ਇਸ ਦੇ ਵਿੱਚ, ਸੋ ਤਾਂ ਕਰਕੇ। ਲੇਕਿਨ ਅਗਰ ਆਪਾਂ ਹੁਣ ਦੇਖੀਏ ਤਾਂ ਜਿਹੜਾ ਆਪਣਾ ਭਾਰਤੀ ਸੰਵਿਧਾਨ ਦਾ ਜਿਹੜਾ ਖਾਕਾ ਹੈ ਉਹ 1935 ਦੇ ਹੀ ਜਿਹੜੇ ਹੈ ਐਕਟ ਤੋਂ ਲਿਆ ਗਿਆ। ਜੋ ਵੀ ਉਹ ਐਕਟਸ ਦੇ ਵਿੱਚ ਲਿਖਿਆ ਸੀ ਉਹ ਸਾਰਾ ਹੀ ਸੰਵਿਧਾਨ ਦੇ ਵਿੱਚ ਵੀ ਐਜ਼ ਇਟ ਇਜ਼ ਹੀ ਜਿਹੜਾ ਹੈ ਪੇਸ਼ ਕੀਤਾ ਗਿਆ। ਲੇਕਿਨ ਕਾਫੀ ਕੁਝ ਜਿਹੜਾ ਹੈ ਆਪਾਂ ਬਾਹਰਲੀਆਂ ਕੰਟਰੀਆਂ ਤੋਂ ਵੀ ਜਿਹੜਾ ਹੈ ਬੋਰੋ ਕੀਤਾ, ਉਧਾਰ ਲਿਆ, ਠੀਕ ਹੈ। ਤਾਂ 1940 ਦੇ ਵਿੱਚ ਇਹ ਘੋਸ਼ਣਾ ਕਰ ਦਿੱਤੀ ਗਈ ਵੀ ਕੋਈ ਗੱਲ ਨਹੀਂ, ਤੁਹਾਨੂੰ ਜਿਹੜਾ ਹੈਗਾ ਅਸੀਂ ਸੰਵਿਧਾਨ ਸਭਾ ਦਾ ਜਿਹੜਾ ਹੈ ਪ੍ਰਬੰਧ ਕਰਾਂਗੇ, ਠੀਕ ਹੈ। ਬਹੁਤ ਹੀ ਜ਼ਿਆਦਾ ਨਾ ਨੁੱਕਰ ਹੋਈ। ਉਸ ਤੋਂ ਬਾਅਦ ਇਹਨਾਂ ਨੇ ਕਹਿਤਾ ਵੀ ਅਸੀਂ ਕਰ ਦਾਂਗੇ। ਫਿਰ ਕ੍ਰਿਪਸ ਯੋਜਨਾ ਅਤੇ ਸੰਵਿਧਾਨ ਸਭਾ। ਜਦੋਂ ਜਾਪਾਨ ਨੇ ਭਾਰਤ ਦੀ ਸੀਮਾ 'ਤੇ ਹਮਲਾ ਕੀਤਾ ਤਾਂ ਬ੍ਰਿਟਿਸ਼ ਸਰਕਾਰ ਨੇ ਭਾਰਤੀਆਂ ਨੂੰ ਸੰਤੁਸ਼ਟ ਕਰਨ ਲਈ 1942 ਦੇ ਵਿੱਚ ਸਰ ਕ੍ਰਿਪਸ ਨੂੰ ਭਾਰਤ ਭੇਜਿਆ, ਠੀਕ ਹੈ। ਕ੍ਰਿਪਸ ਨੇ ਆਪਣੀ ਯੋਜਨਾ ਵਿੱਚ ਉਹਨਾਂ ਸਿਧਾਂਤਾਂ ਦਾ ਵਰਣਨ ਕੀਤਾ ਜਿਸ ਦੇ ਅਨੁਸਾਰ ਸੰਵਿਧਾਨ ਸਭਾ ਦੀ ਸਥਾਪਨਾ ਹੁੰਦੀ ਸੀ, ਠੀਕ ਹੈ। ਤਾਂ ਕ੍ਰਿਪਸ ਜਿਹੜਾ ਆਇਆ ਸੀਗਾ, ਤਾਂ ਸਰ ਕ੍ਰਿਪਸ ਇੱਕ ਬੰਦੇ ਦਾ ਨਾਮ ਹੈ, ਤਾਂ ਕਰਕੇ ਉਸਨੇ ਜਿਹੜੀ ਯੋਜਨਾ ਪਲੈਨਿੰਗ ਬਣਾਈ ਤਾਂ ਉਸਨੂੰ ਆਪਾਂ ਕ੍ਰਿਪਸ ਯੋਜਨਾ ਕਹਿੰਦੇ ਹਾਂ, ਠੀਕ ਹੈ। ਤਾਂ ਇਸਨੇ ਕਿਹਾ ਵੀ ਹਾਂ ਕੋਈ ਗੱਲ ਨਹੀਂ ਕਿ ਆਪਾਂ ਜਿਹੜਾ ਹੈ, ਕਿਉਂਕਿ ਇਹਨਾਂ ਨੇ ਸੰਤੁਸ਼ਟ ਕਰਨਾ ਸੀਗਾ ਭਾਰਤੀਆਂ ਨੂੰ, ਕਿਉਂਕਿ ਭਾਰਤੀ ਜਿਹੜੇ ਸੀ ਉਹਨਾਂ 'ਚ ਆਕਰੋਸ਼ ਬਹੁਤ ਜ਼ਿਆਦਾ ਫੈਲ ਗਿਆ ਸੀ। ਉਹਨਾਂ ਦੇ ਵਿੱਚ ਜਿਹੜਾ ਹੈ ਜਿਹੜੇ ਬਰਤਾਨਵੀ ਆਏ ਹੋਏ ਸੀ, ਅੰਗਰੇਜ਼ ਆਏ ਹੋਏ ਸੀ, ਉਹਨਾਂ ਨੂੰ ਬਾਹਰ ਕੱਢਣ ਦੇ ਜਿਹੜੇ ਹੈਗਾ ਉਹਨਾਂ ਦੇ ਅੰਦਰ ਜਿਹੜਾ ਖੂਨ ਖੋਲ ਰਿਹਾ ਸੀ। ਬਹੁਤ ਹੀ ਜ਼ਿਆਦਾ ਜਿਹੜੀ ਸੀਗੀ ਹਿੰਸਾ ਚੱਲ ਰਹੀ ਸੀ। ਤਾਂ ਇਸ ਕਰਕੇ ਜਿਹੜਾ ਸੀਗਾ ਆਪਾਂ ਕਹਿੰਦੇ ਹਾਂ ਕਿ ਮਿੱਠੀ ਟੌਫੀ ਦਿੱਤੀ ਚੂਸਣ ਦੇ ਲਈ। ਤਾਂ ਕੈਬਨਿਟ ਮਿਸ਼ਨ ਰਾਹੀਂ ਸੰਵਿਧਾਨ ਸਭਾ ਦੀ ਰਚਨਾ ਬਾਰੇ ਸੁਝਾਅ। ਹੁਣ 15 ਮਾਰਚ 1946 ਨੂੰ ਪ੍ਰਧਾਨ ਮੰਤਰੀ ਐਟਲੀ ਨੇ ਮਹੱਤਵਪੂਰਨ ਘੋਸ਼ਣਾ ਕੀਤੀ ਕਿ ਬ੍ਰਿਟਿਸ਼ ਸਰਕਾਰ ਭਾਰਤੀਆਂ ਦੇ ਅੰਤਿਮ ਫੈਸਲੇ ਦੇ ਅਧਿਕਾਰ ਨੂੰ ਸਵੀਕਾਰ ਕਰਦੀ ਹੈ ਅਤੇ ਭਾਰਤ ਦੀ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਕੈਬਨਿਟ ਮਿਸ਼ਨ ਭਾਰਤ ਵਿੱਚ ਭੇਜੇ ਜਾਣ ਦੀ ਘੋਸ਼ਣਾ ਕਰਦੀ ਹੈ। ਤਾਂ ਕੈਬਨਿਟ ਮਿਸ਼ਨ ਨੇ ਆਪਣੀ ਯੋਜਨਾ ਦੇ ਵਿੱਚ ਸੰਵਿਧਾਨ ਦੀ ਰਚਨਾ ਬਾਰੇ ਖੁੱਲ੍ਹਾ ਜਿਹੜਾ ਸੀ ਵਰਣਨ ਕੀਤਾ ਕਿ ਵੀ ਇੰਨੇ ਮੈਂਬਰ ਹੋਣਗੇ ਤੇ ਆਹ ਕੁਝ ਕਰਨਗੇ, ਠੀਕ ਹੈ। ਤਾਂ ਕੈਬਨਿਟ ਮਿਸ਼ਨ ਜਿਹੜਾ ਸੀ ਉਸਨੇ ਆਪਣੀ ਯੋਜਨਾ ਜਿਹੜੀ ਸੀ ਪੇਸ਼ ਕੀਤੀ। ਸੰਵਿਧਾਨ ਸਭਾ ਵਿੱਚ ਕੁੱਲ ਮੈਂਬਰ 389 ਹੋਣਗੇ। 93 ਮੈਂਬਰ ਭਾਰਤ ਦੇ ਦੇਸੀ ਰਿਆਸਤਾਂ, ਠੀਕ ਹੈ, ਰਾਜੇ ਰਜਵਾੜੇ ਵਗੈਰਾ ਰਾਹੀਂ ਭੇਜੇ ਜਾਣਗੇ। 4 ਮੈਂਬਰ ਚੀਫ ਕਮਿਸ਼ਨਰ ਪ੍ਰਾਂਤਾਂ 'ਚੋਂ ਲਏ ਜਾਣਗੇ। 292 ਮੈਂਬਰ ਪ੍ਰਾਂਤਾਂ ਦੇ ਰਿਪਰੈਜ਼ੈਂਟੇਟਿਵ ਯਾਨੀ ਕਿ ਪ੍ਰਤੀਨਿਧੀ ਹੋਣਗੇ। ਹਰ ਪ੍ਰਾਂਤ ਆਪਣੀ ਜਨਸੰਖਿਆ ਦੇ ਆਧਾਰ 'ਤੇ 10 ਲੱਖ ਵਿਅਕਤੀਆਂ ਪਿੱਛੇ ਇੱਕ ਸੰਵਿਧਾਨ ਮੈਂਬਰ ਜਿਹੜਾ ਹੈ ਸੰਵਿਧਾਨ ਸਭਾ 'ਚ ਭੇਜੇਗਾ। ਮਤਲਬ 10 ਲੱਖ ਵਿਅਕਤੀ ਨੇ ਕਿਸੇ ਏਰੀਏ ਦੇ ਵਿੱਚ, ਤਾਂ ਉਸ ਪ੍ਰਾਂਤ ਦੇ ਵਿੱਚੋਂ ਇੱਕ ਮੈਂਬਰ ਜਿਹੜਾ ਹੈ ਉੱਥੇ
ਕੌਂਸਟੀਟਿਊਟ ਅਸੈਂਬਲੀ ਦੇ ਵਿੱਚ ਭੇਜਿਆ ਜਾਊਗਾ। ਪ੍ਰਾਂਤਾਂ ਰਾਹੀਂ ਭੇਜੇ ਜਾਣ ਵਾਲੇ ਮੈਂਬਰਾਂ ਦੀ ਗਿਣਤੀ ਉਹਨਾਂ ਦੀਆਂ ਵੱਖ-ਵੱਖ ਜਾਤੀਆਂ ਆਪਣੀ ਜਾਤੀਆਂ ਦੇ ਵਿੱਚ ਉਹਨਾਂ ਦੀ ਸੰਖਿਆ ਦੇ ਆਧਾਰ 'ਤੇ ਵੰਡੀ ਜਾਵੇਗੀ। ਪ੍ਰਾਂਤਾਂ ਨੂੰ ਦਿੱਤੇ ਹੋਏ ਸਥਾਨ ਉਹਨਾਂ ਦੀਆਂ ਰਹਿਣ ਵਾਲੀਆਂ ਮੁੱਖ ਜਾਤੀਆਂ ਹਿੰਦੂ, ਸਿੱਖ ਅਤੇ ਮੁਸਲਮਾਨ, ਸਿਰਫ ਇਹਨਾਂ ਤਿੰਨਾਂ ਦੇ ਆਧਾਰ ਦੇ ਉੱਤੇ ਕੀਤਾ ਜਾਏਗਾ। ਹਰੇਕ ਜਾਤ ਦੇ ਪ੍ਰਤੀਨਿਧੀ ਉਸ ਦੇ ਮੈਂਬਰਾਂ ਨੂੰ ਚੁਣਨਗੇ। ਕੇਵਲ 3 ਪ੍ਰਕਾਰ ਦੇ ਵੋਟਰਾਂ ਨੂੰ ਵੰਡਣ ਦਾ ਫੈਸਲਾ ਹੋਇਆ, ਹਿੰਦੂ, ਸਿੱਖ ਅਤੇ ਮੁਸਲਮਾਨ। ਸਧਾਰਨ ਰੂਪ ਦੇ ਵਿੱਚ ਹਿੰਦੂ, ਪਾਰਸੀ, ਐਂਗਲੋ ਇੰਡੀਅਨ, ਭਾਰਤੀ ਈਸਾਈ ਵੀ ਸ਼ਾਮਲ ਸਨ ਇਹਦੇ ਵਿੱਚ ਇੱਕ ਕੈਟਾਗਰੀ 'ਚ। ਦੂਜੇ ਵਿੱਚ ਮੁਸਲਮਾਨ ਅਤੇ ਤੀਜੇ ਵਿੱਚ ਸਿਰਫ ਸਿੱਖ, ਉਹ ਵੀ ਪੰਜਾਬ ਦੇ। ਠੀਕ ਹੈ। ਦੇਸੀ ਰਿਆਸਤਾਂ ਦੇ ਪ੍ਰਤੀਨਿਧੀ ਜਿਹੜੇ ਨੇ ਹਰ ਇੱਕ ਰਿਆਸਤ ਰਾਹੀਂ ਜਨਸੰਖਿਆ ਦੇ ਆਧਾਰ 'ਤੇ ਭੇਜੇ ਜਾਣਗੇ ਅਤੇ ਉਹਨਾਂ ਚੋਣਾਂ ਦਾ ਜਿਹੜਾ ਪ੍ਰਬੰਧ ਹੈਗਾ ਉਹ ਪ੍ਰਾਂਤ ਅਤੇ ਰਿਆਸਤਾਂ ਦੀ ਇੱਕ ਮਿਲੀ ਜੁਲੀ ਕਮੇਟੀ ਕਰੇਗੀ। ਸੰਵਿਧਾਨ ਸਭਾ ਦੀ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੀ ਪਹਿਲੀ ਮੀਟਿੰਗ ਦੇ ਮਗਰੋਂ ਪ੍ਰਾਂਤਿਕ ਸੰਵਿਧਾਨ ਸਭਾਵਾਂ ਦੇ ਪ੍ਰਤੀਨਿਧ ਵੱਖ-ਵੱਖ 3 ਵਰਗਾਂ 'ਚ ਵੰਡੇ ਜਾਣੇ ਨੇ ਅਤੇ ਹਰੇਕ ਵਰਗ ਨੇ ਵੱਖਰੇ ਬੈਠ ਕੇ ਪ੍ਰਾਂਤਕ ਸੰਵਿਧਾਨਾਂ ਦੇ ਬਾਰੇ ਫੈਸਲਾ ਕਰਨਾ। ਸੰਵਿਧਾਨ ਸਭਾ ਇੱਕ ਪ੍ਰਭੂ ਸੱਤਾਧਾਰੀ ਸੰਸਥਾ ਨਹੀਂ ਸੀ। ਇਸ ਦੀ ਸ਼ਕਤੀ ਦੇ ਉੱਤੇ ਬਹੁਤ ਸਾਰੀਆਂ ਰੋਕਾਂ ਸੀਗੀਆਂ, ਲਿਮਿਟ ਸੀਗੀ। ਠੀਕ ਹੈ। ਤਾਂ ਇਸ ਦੇ ਵਿੱਚ ਦੋਸ਼ ਕਿਹੜੇ ਕਿਹੜੇ ਸੀ? ਤਾਂ ਇਹ ਸ਼ੋਰਟ ਕੁਐਸਚਨ ਤੁਹਾਨੂੰ ਆ ਸਕਦਾ, ਕਿਹੜੇ ਕਿਹੜੇ ਦੋਸ਼ ਸੀ? ਇੱਕ ਤਾਂ ਇਹ ਪ੍ਰਭੂ ਸੱਤਾਧਾਰੀ ਨਹੀਂ ਸੀ, ਸ਼ਕਤੀਆਂ ਦੇ ਉੱਤੇ ਰੋਕਾਂ ਸੀ, ਪ੍ਰਾਂਤਾਂ ਦਾ ਵਰਗੀਕਰਨ ਠੀਕ ਠਾਕ ਨਹੀਂ ਸੀ ਕੀਤਾ ਗਿਆ, ਸਿਰਫ ਮੁਸਲਿਮ ਲੀਗ ਨੂੰ ਖੁਸ਼ ਕਰਨ ਲਈ, ਕਿਉਂਕਿ ਉਹ ਇਸ ਦੇ ਖਿਲਾਫ ਸੀ ਕਿ ਸੰਵਿਧਾਨਕ ਸਭਾ ਨਹੀਂ ਹੋਣੀ ਚਾਹੀਦੀ, ਤਾਂ ਉਹਨਾਂ ਨੂੰ ਖੁਸ਼ ਕਰਨ ਲਈ ਇਹਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਪ੍ਰਾਂਤਾਂ ਦਾ ਵਰਗੀਕਰਨ ਦਿੱਤਾ, ਪਰ ਸਿਰਫ ਉਹਨਾਂ ਨੂੰ ਖੁਸ਼ ਕਰਨ ਲਈ। ਦੇਸੀ ਰਿਆਸਤਾਂ ਨੂੰ ਸੰਵਿਧਾਨ ਸਭਾ ਵਿੱਚ ਪ੍ਰਤੀਨਿਧਤਾ ਤਾਂ ਦੇਤੀ, ਪਰ ਸੰਵਿਧਾਨ ਨੂੰ ਮੰਨਣ ਲਈ ਉਹ ਪਾਬੰਦ ਨਹੀਂ ਸੀ ਕਿ ਮੰਨੋ ਚਾਹੇ ਨਾ ਮੰਨੋ। ਠੀਕ ਹੈ। ਪਰ ਤੁਸੀਂ ਜਿਹੜਾ ਹੈ ਇਸ ਦੇ ਵਿੱਚ ਰਿਪਰੈਜ਼ੈਂਟੇਟਿਵ ਚੁਣੇ ਜਾਓਗੇ, ਚਾਹੇ ਤੁਸੀਂ ਸੰਵਿਧਾਨ ਨੂੰ ਮੰਨੋ ਚਾਹੇ ਨਾ ਮੰਨੋ। ਦੇਖੋ ਕਿੱਡੀ ਗੱਲ ਗਲਤ ਹੈ ਨਾ। ਤਾਂ ਪ੍ਰਾਂਤਾਂ ਨੂੰ ਆਪਣੇ ਸੰਵਿਧਾਨ ਬਣਾਉਣ ਦਾ ਅਧਿਕਾਰ ਸੀ ਅਤੇ ਇਸ ਤਰ੍ਹਾਂ ਵੱਖ-ਵੱਖ ਵਰਗਾਂ ਦੇ 3 ਵੱਖ-ਵੱਖ ਪ੍ਰਕਾਰ ਦੇ ਪ੍ਰਾਂਤਕ ਸੰਵਿਧਾਨ ਬਣਦੇ ਸਨ। ਸੰਵਿਧਾਨ ਲੋਕਤੰਤਰੀ ਨਹੀਂ ਸੀਗੀ, ਕਿਉਂਕਿ ਬਾਲਗ ਮਤ ਅਧਿਕਾਰ ਦੀ ਵਿਵਸਥਾ ਉਸ ਟਾਈਮ ਨਹੀਂ ਸੀ ਕੀਤੀ ਗਈ। ਸੰਵਿਧਾਨ ਸਭਾ ਵਿੱਚ ਪ੍ਰਾਂਤਾਂ ਅਤੇ ਦੇਸੀ ਰਿਆਸਤਾਂ ਨੂੰ ਇਕੱਠੇ ਕਰਨਾ ਅਸੁਭਾਵਿਕ ਗੱਲ ਸੀ, ਜਿਹੜੀ ਹੋਣੀ ਨਹੀਂ ਸੀ। ਪਰ ਇਹਦੇ ਵਿੱਚ ਬਹੁਤ ਸਾਰੇ ਦੋਸ਼ ਸੀ, ਪਰ ਇੱਕ ਅਹਿਮ ਕਦਮ ਵੀ ਜਿਹੜਾ ਸੀਗਾ ਇਹਦੇ ਵਿੱਚ ਪੁੱਟਿਆ ਗਿਆ ਕਿ ਇਸ ਨੇ ਸੰਵਿਧਾਨ ਨੂੰ ਲਾਗੂ ਕਰ ਦਿੱਤਾ। ਮਹਾਤਮਾ ਗਾਂਧੀ, ਸਰਦਾਰ ਪਟੇਲ, ਪੰਡਿਤ ਜਵਾਹਰ ਲਾਲ ਨਹਿਰੂ ਨੇ ਮੌਲਾਨਾ ਆਜ਼ਾਦ ਦੇ ਕਥਨ ਦੀ ਪੁਸ਼ਟੀ ਕੀਤੀ ਅਤੇ ਸੰਵਿਧਾਨ ਸਭਾ ਨੂੰ ਇੱਕ ਅਨਮੋਲ ਜਿਹੜੀ ਸੀ ਪ੍ਰਾਪਤੀ ਕਿਹਾ। ਹੁਣ ਸੰਵਿਧਾਨ ਸਭਾ ਦੀ ਦੇਣ ਕੀ ਹੈ? ਠੀਕ ਹੈ। ਚੋਣ ਜਿਹੜੀ ਹੈ ਇਸ ਦੀ ਕਿੱਦਾਂ ਹੁੰਦੀ ਹੈ? ਇਲੈਕਸ਼ਨ ਆਫ ਕੌਂਸਟੀਟਿਊਂਟ ਅਸੈਂਬਲੀ। ਤਾਂ ਇਸ ਦੀ ਚੋਣ ਕਿੱਦਾਂ ਹੁੰਦੀ ਹੈ? ਜੁਲਾਈ 1946 ਦੇ ਵਿੱਚ ਸੰਵਿਧਾਨ ਸਭਾ ਦੀਆਂ ਹੋਈਆਂ ਚੋਣਾਂ। ਸਾਰੇ ਪ੍ਰਾਂਤਾਂ ਅਤੇ ਸਧਾਰਨ ਸਥਾਨਾਂ ਤੋਂ 210 ਮੈਂਬਰ ਚੁਣੇ ਗਏ। 199 ਸਥਾਨ ਕਾਂਗਰਸ ਨੇ ਜਿੱਤੇ, ਬਾਕੀ 11 ਬਾਕੀ ਪਾਰਟੀਆਂ ਨੂੰ ਚਲੇ ਗਏ। ਮੁਸਲਿਮ ਲੀਗ ਨੂੰ ਵੀ ਇੱਕ ਸਥਾਨ ਹਾਸਲ ਨਾ ਹੋਇਆ। ਮੁਸਲਿਮ ਲੀਗ ਨੂੰ ਮੁਸਲਮਾਨਾਂ ਲਈ ਰਾਖਵੇਂ 78 ਸਥਾਨਾਂ ਦੇ ਵਿੱਚੋਂ ਸਿਰਫ 73 ਸਥਾਨ ਹੀ ਮਿਲੇ। ਉਸ ਤੋਂ ਬਾਅਦ ਜਿਹੜਾ ਹੈ ਮੁਸਲਿਮ ਲੀਗ ਦੁਆਰਾ ਬਾਈਕਾਟ ਹੋ ਗਿਆ ਸੰਵਿਧਾਨਕ ਸਭਾ ਦਾ। ਸੰਵਿਧਾਨਕ ਸਭਾ ਵਿੱਚ ਕਾਂਗਰਸ ਦਾ ਭਾਰੀ ਬਹੁਮਤ ਦੇਖ ਕੇ ਮੁਸਲਿਮ ਲੀਗ ਨੇ ਸੰਵਿਧਾਨ ਸਭਾ ਦਾ ਬਾਈਕਾਟ ਕਰਨ ਦਾ ਫੈਸਲਾ ਕਰ ਦਿੱਤਾ। ਪਰ ਜਦੋਂ ਇਹਨਾਂ ਨੇ ਬਾਈਕਾਟ ਦਾ ਐਲਾਨ ਕੀਤਾ ਤਾਂ ਬਹੁਤ ਉਲਝਣ ਜਿਹੜੀ ਹੈ ਪੈਦਾ ਹੋ ਗਈ। ਮੁਸਲਿਮ ਲੀਗ ਦੇ ਬਾਈਕਾਟ ਦੇ ਬਾਵਜੂਦ ਸੰਵਿਧਾਨ ਸਭਾ ਨੇ ਆਪਣਾ ਜਿਹੜਾ ਸੀ ਕੰਮ ਸ਼ੁਰੂ ਕੀਤਾ, ਕਿਉਂਕਿ ਜਿਹੜਾ ਹੈ ਕਾਂਗਰਸ ਦੇ ਬਹੁਤ ਸਾਰੇ ਮੈਂਬਰ ਜਿਹੜੇ ਸੀਗੇ ਉਹ ਇਸ ਦੇ ਵਿੱਚ ਹਿੱਸਾ ਪਾ ਰਹੇ ਸਨ। ਸੰਵਿਧਾਨ ਸਭਾ ਵਿੱਚ ਦੇਸ਼ ਦੇ ਪ੍ਰਸਿੱਧ ਊਚ ਬੂਝ ਵਾਲੇ ਨੇਤਾ, ਵਕੀਲ, ਰਾਜਨੀਤੀ ਨੇਤਾ ਸ਼ਾਮਲ ਸੀ। ਹੁਣ ਦੇਖੋ ਸਚਿਦਾਨੰਦ ਸਿਨਹਾ ਹੋ ਗਿਆ, ਡਾਕਟਰ BR ਅੰਬੇਦਕਰ, ਪੜ੍ਹੇ ਲਿਖੇ ਲੋਕ ਇਹਦੇ ਵਿੱਚ ਸ਼ਾਮਲ ਸੀ। ਤਾਂ ਮੁਸਲਿਮ ਲੀਗ ਨੇ ਬਾਈਕਾਟ ਕਰਤਾ, ਤਦ ਵੀ ਸੰਵਿਧਾਨਕ ਸਭਾ ਨੇ ਆਪਣਾ ਕੰਮ ਜਿਹੜਾ ਸੀ ਸੰਵਿਧਾਨ ਬਣਾਉਣ ਦਾ ਜਾਰੀ ਰੱਖਿਆ, ਇਹ ਨਹੀਂ ਰੁਕਿਆ। ਹੁਣ ਸੰਵਿਧਾਨਕ ਸਭਾ ਦਾ ਸੱਤਾਹੀਨ ਹੋਣਾ। ਹੁਣ ਇਹ ਸੱਤਾਹੀਨ ਮਤਲਬ ਇਹਦੇ ਕੋਲ ਅਥਾਰਟੀ ਜਿਹੜੀ ਸੀ ਉਹ ਨਹੀਂ ਸੀ। ਬ੍ਰਿਟਿਸ਼ ਸਰਕਾਰ ਦੀ ਇੱਛਾ ਅਨੁਸਾਰ ਸਥਾਪਿਤ ਕੀਤੀ ਗਈ ਹੈ ਇਹ। ਠੀਕ ਹੈ, ਕੀਤੀ ਗਈ ਸੀ ਅਤੇ ਜਦੋਂ ਚਾਹੇ ਇਹ ਸਮਾਪਤ ਕੀਤੀ ਜਾ ਸਕਦੀ ਸੀ ਬ੍ਰਿਟਿਸ਼ ਸਰਕਾਰ ਦੇ ਦੁਆਰਾ। ਇਸ 'ਤੇ ਬਹੁਤ ਸਾਰੀਆਂ ਰੋਕਾਂ ਲਗਾਈਆਂ ਗਈਆਂ ਸੀ। ਕੋਈ ਵੀ ਨਿਆਇਕ ਸੰਵਿਧਾਨਕ ਪ੍ਰਮਾਣਕਤਾ ਇਸ ਸੰਵਿਧਾਨਕ ਸਭਾ ਨੂੰ ਪ੍ਰਾਪਤ ਨਹੀਂ ਸੀ। ਕੈਬਨਿਟ ਮਿਸ਼ਨ ਕੋਈ ਵਿਧੀ ਸੰਗਤ ਯੋਜਨਾ ਨਹੀਂ ਸੀ। ਸੰਵਿਧਾਨ ਦੇ ਵਿੱਚ ਬਾਲਗ ਮਤ ਅਧਿਕਾਰ 'ਤੇ ਜਿਹੜੀ ਸੀ ਇਸ ਨੂੰ ਫੋਲੋ ਨਹੀਂ ਸੀ ਕੀਤਾ ਗਿਆ। ਬਾਲਗ ਮਤ ਅਧਿਕਾਰ ਨੂੰ ਸੰਵਿਧਾਨ ਸਭਾ ਦੁਆਰਾ ਤਿਆਰ ਕੀਤੇ ਸੰਵਿਧਾਨ ਨੂੰ ਜਦੇ ਹੀ ਲਾਗੂ ਕੀਤਾ ਜਾ ਸਕਦਾ ਸੀ ਜਦੋਂ ਬ੍ਰਿਟਿਸ਼ ਸਰਕਾਰ ਮਨਜ਼ੂਰੀ ਦੇ ਦੇ। ਸੱਤਾ ਨੂੰ ਬਦਲਣ ਨਾਲ ਪੈਦਾ ਹੋਈਆਂ ਸਮੱਸਿਆਵਾਂ ਨਾਲ ਨਿਪਟਣ ਲਈ ਸੰਵਿਧਾਨ ਸਭਾ ਬ੍ਰਿਟਿਸ਼ ਸਰਕਾਰ ਵਿੱਚ ਇੱਕ ਸੰਧੀ ਹੋਈ, ਜਿਸ ਦਾ ਸਮਰਥਨ ਬ੍ਰਿਟਿਸ਼ ਸੰਸਦ ਨੇ ਕਰਨਾ ਸੀ। ਪਰ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਹੈ ਪ੍ਰਭੂ ਸੱਤਾ ਸੰਪੰਨ ਨਹੀਂ ਸੀ, ਕਿਉਂਕਿ ਇਹਦੇ ਵਿੱਚ ਰੋਕ ਟੋਕ ਸੀ। ਪ੍ਰਭੂ ਸੱਤਾ ਦਾ ਮਤਲਬ ਕੀ ਹੈ? ਜਦੋਂ ਬਾਹਰਲੀਆਂ ਸ਼ਕਤੀਆਂ ਰੋਕਾਂ ਨਾ ਲਾਉਣ। ਪਰ ਇਹ ਵਾਲੀ ਸੰਵਿਧਾਨਕ ਜਿਹੜੀ ਸੀ ਸਭਾ ਦਾ ਜਿਹੜੀ ਦਾ ਗਠਨ ਹੋਇਆ ਸੀ ਪਹਿਲਾਂ, ਤਾਂ ਉਸਦਾ ਜਿਹੜਾ ਸੀ ਪ੍ਰਭੂ ਸੱਤਾ ਸੰਪੰਨ ਉਹ ਨਹੀਂ ਸੀ। ਹੁਣ ਇਹਦੀ ਹੋਈ ਪਹਿਲੀ ਬੈਠਕ। ਠੀਕ ਹੈ,
ਸੰਵਿਧਾਨਕ ਸਭਾ ਦੀ, ਜਿਹੜੀ ਪਹਿਲਾਂ ਬਣੀ ਸੀ ਸੰਵਿਧਾਨਕ ਸਭਾ। ਤਾਂ ਇਸ ਦੀ ਬੈਠਕ ਹੋਈ ਸੀ 9 ਦਸੰਬਰ 1946 ਨੂੰ। ਮੁਸਲਿਮ ਲੀਗ ਨੇ ਇਸ ਵਿੱਚ ਹਿੱਸਾ ਨਹੀਂ ਲਿਆ। ਮਿਸਟਰ ਜਿਨਾਹ ਨੇ ਗਵਰਨਰ ਜਨਰਲ ਦੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਸੰਵਿਧਾਨਕ ਸਭਾ ਦੀ ਬੈਠਕ 'ਤੇ ਰੋਕ ਲਾਵੇ, ਨਹੀਂ ਤਾਂ ਦੇਸ਼ ਦੇ ਅੰਦਰ ਝਗੜੇ ਉੱਠਣਗੇ। ਪਰ ਇਸ ਦਿਨ ਕਿਸੇ ਵੀ ਪ੍ਰਕਾਰ ਦੀ ਘਟਨਾ ਨਾ ਹੋਈ ਅਤੇ ਬੈਠਕ 'ਚ ਕਿੰਨੇ ਲੋਕ ਸੀਗੇ, ਉਹ ਜਿਹੜੀ ਮੀਟਿੰਗ ਹੋਈ ਸੀ 209। ਫਿਰ ਡਾਕਟਰ ਸਚੀਦਾਨੰਦ ਸਿਨਹਾ ਨੇ ਕਿਹਾ ਕਿ ਬਿਹਾਰ ਦੇ ਮਸ਼ਹੂਰ ਲੀਡਰ ਜੋ ਕਿ ਸੀਗੇ ਸਚੀਦਾਨੰਦ ਸਿਨਹਾ, ਤਾਂ ਇਹਨਾਂ ਨੇ ਕਿ ਇਹ ਜਿਹੜੇ ਸੀਗੇ ਮਹਾਨ ਲੀਡਰ ਸੀ ਅਤੇ ਸਾਰੇ ਮੈਂਬਰਾਂ ਦੇ ਵਿੱਚੋਂ ਬਜ਼ੁਰਗ ਵੀ ਸੀ। ਇਹਨਾਂ ਨੂੰ ਸੰਵਿਧਾਨ ਸਭਾ ਦਾ ਕਾਰਜ ਸ਼ੁਰੂ ਕਰਨ ਲਈ ਅਸਥਾਈ ਪ੍ਰਧਾਨ ਜਿਹੜਾ ਸੀਗਾ, ਠੀਕ ਹੈ, ਚੁਣਿਆ ਗਿਆ। ਆਪਾਂ ਨੂੰ ਕੁਐਸਚਨ ਆ ਸਕਦਾ ਹੈ ਕਿ ਅਸਥਾਈ ਪ੍ਰਧਾਨ ਜਿਹੜਾ ਸੀ ਕੌਣ ਸੀ, ਤਾਂ ਡਾਕਟਰ ਸਚੀਦਾਨੰਦ ਸਿਨਹਾ, ਜਿਹੜੇ ਕਿ ਸਭ ਤੋਂ ਜ਼ਿਆਦਾ ਬਜ਼ੁਰਗ ਸੀਗੇ, ਜਿੰਨੇ ਵੀ 209 ਮੈਂਬਰ ਬੈਠੇ ਸੀ। 11 ਦਸੰਬਰ 1946 ਨੂੰ ਸੰਵਿਧਾਨਕ ਸਭਾ ਦੇ ਸਥਾਈ ਪ੍ਰਧਾਨ ਦੀ ਜਿਹੜੀ ਇਹ ਚੋਣ ਹੋਈ। ਇਹ ਸੀ ਅਸਥਾਈ, ਟੈਂਪਰੇਰੀ। ਤਾਂ ਜਿਹੜੇ ਪਰਮਾਨੈਂਟ ਸੀ ਉਹ ਪ੍ਰਧਾਨ, ਉਹਨਾਂ ਦੀ ਜਿਹੜੀ ਸੀਗੀ ਚੋਣ ਕੀਤੀ ਗਈ, ਜਿਹਦੇ ਵਿੱਚ ਪਰਮਾਨੈਂਟ ਮੈਂਬਰ ਸੀਗੇ ਡਾਕਟਰ ਰਜਿੰਦਰ ਪ੍ਰਸਾਦ। ਪਰਮਾਨੈਂਟ ਮੈਂਬਰ ਕਹਿ ਲਓ, ਪਰਮਾਨੈਂਟ ਪ੍ਰਧਾਨ ਕਹਿ ਲਓ। ਤਾਂ ਇਹ ਸੰਵਿਧਾਨਕ ਸਭਾ ਜਦ ਤੱਕ ਰਹੀ ਹੈ ਤਾਂ ਅੰਤ ਤੱਕ ਜਿਹੜੇ ਹੈ ਇਹ ਇਸੇ ਪਦਵੀ ਦੇ ਉੱਤੇ ਕੰਮ ਕਰਦੇ ਰਹੇ। ਉਦੇਸ਼ਾਂ ਸੰਬੰਧੀ ਪ੍ਰਸਤਾਵ, ਓਬਜੈਕਟਿਵ ਰੈਜ਼ੋਲੂਸ਼ਨ। ਤਾਂ ਇਹ ਓਬਜੈਕਟਿਵ ਰੈਜ਼ੋਲੂਸ਼ਨ ਓਬਜੈਕਟਿਵ ਦੱਸੇ ਕਿਸਨੇ? ਪੰਡਿਤ ਜਵਾਹਰ ਲਾਲ ਨਹਿਰੂ ਨੇ 13 ਦਸੰਬਰ 1946 ਨੂੰ, ਕਿ ਬਈ ਜਿਹੜੀ ਵੀ ਸੰਵਿਧਾਨਕ ਸਭਾ ਜਿਹੜੀ ਹੈਗੀ ਹੈ ਸੰਵਿਧਾਨ ਨੂੰ ਬਣਾ ਰਹੀ ਹੈ, ਤਾਂ ਸੰਵਿਧਾਨ ਦਾ ਉਦੇਸ਼ ਇਹ ਹੋਣਾ ਚਾਹੀਦਾ ਹੈ। ਤਾਂ ਇਹਨਾਂ ਨੇ ਆਪਣੇ ਓਬਜੈਕਟਿਵਸ ਰੱਖੇ ਕਿ ਮੈਂ ਜਿਹੜਾ ਹੈ ਕਿਸ ਪ੍ਰਕਾਰ ਦਾ ਵਿਜ਼ਨ ਜਿਹੜਾ ਹੈ ਭਾਰਤ ਦੇ ਅੰਦਰ ਚਾਹੁੰਦਾ। ਤਾਂ ਉਦੇਸ਼ ਮਤੇ ਨੂੰ ਸੰਵਿਧਾਨ ਸਭਾ ਨੇ ਸਰਵਸੰਮਤੀ ਨਾਲ ਜਿਹੜਾ ਸੀਗਾ ਇਸ ਨੂੰ ਐਕਸੈਪਟ ਕੀਤਾ 22 ਜਨਵਰੀ 1947 ਨੂੰ। ਤਾਂ ਉਸ ਤੋਂ ਬਾਅਦ 'ਚ ਜਿਹੜਾ ਹੈਗਾ ਸੰਵਿਧਾਨ ਸਭਾ ਦੀਆਂ ਸਮਿਤੀਆਂ ਦੀ ਨਿਯੁਕਤੀ। ਸੰਵਿਧਾਨ ਸਭਾ ਦਾ ਪਹਿਲਾ ਸਮਾਗਮ, ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਤੋਂ ਲੈ ਕੇ 23 ਦਸੰਬਰ, ਮਤਲਬ 9 ਤੋਂ ਲੈ ਕੇ 23 ਤੱਕ ਚੱਲੀ 1946 ਦੇ ਵਿੱਚ, ਠੀਕ ਹੈ, ਦਸੰਬਰ ਦੇ ਮਹੀਨੇ 'ਚ। ਉਸ ਤੋਂ ਬਾਅਦ 'ਚ ਜਿਹੜਾ ਹੈਗਾ 20 ਜਨਵਰੀ ਤੋਂ ਲੈ ਕੇ 25 ਜਨਵਰੀ 1947 ਤੱਕ ਦੂਜਾ ਸਮਾਗਮ ਚੱਲਿਆ। ਤੀਜਾ ਸਮਾਗਮ 22 ਅਪ੍ਰੈਲ 1947 ਤੋਂ ਲੈ ਕੇ 2 ਮਈ ਜਿਹੜਾ ਹੈ 1947 ਤੱਕ ਚੱਲਿਆ। ਮਤਲਬ ਕਿ 3 ਮੀਟਿੰਗਸ ਜਿਹੜੀਆਂ ਸੀ ਹੋਈਆਂ ਅਤੇ ਉਸ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਕੁਝ ਸਮਿਤੀਆਂ ਦੀ ਜਿਹੜੀ ਸੀ ਨਿਯੁਕਤੀ ਕੀਤੀ। ਸੰਘੀ ਸ਼ਕਤੀ ਸਮਿਤੀ, ਸੰਘੀ ਸੰਵਿਧਾਨ ਸਮਿਤੀ, ਪ੍ਰਾਂਤਕ ਸੰਵਿਧਾਨ ਸਮਿਤੀ, ਘੱਟ ਗਿਣਤੀ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਸਲਾਹ ਦੇਣ ਵਾਲੀ ਸਮਿਤੀ, ਸੰਘ ਅਤੇ ਰਾਜਾਂ ਵਿਚਕਾਰ ਵਿੱਤੀ ਸੰਬੰਧਾਂ ਦੀ ਸਮਿਤੀ। ਤਾਂ ਭਾਰਤੀ ਰਿਆਸਤਾਂ ਦਾ ਸੰਵਿਧਾਨ ਦੇ ਵਿੱਚ ਜਿਹੜਾ ਸੀਗਾ ਸੰਵਿਧਾਨਕ ਸਭਾ ਉਸ 'ਚ ਪ੍ਰਵੇਸ਼ ਕਰਵਾਇਆ ਗਿਆ, ਕਿਉਂਕਿ ਇਹ ਜਿਹੜੇ ਸੀਗੇ ਸੰਵਿਧਾਨ ਦੇ ਵਿੱਚ ਮੈਂਬਰ ਤਾਂ ਸੀ, ਬਟ ਜਿਹੜਾ ਹੈ ਸੰਵਿਧਾਨ ਨੂੰ ਮੰਨਣ ਨਾ ਮੰਨਣ ਇਹਨਾਂ ਦੀ ਮਰਜ਼ੀ ਸੀ। ਤਾਂ ਇਹਨਾਂ ਦਾ ਪ੍ਰਵੇਸ਼ ਕਰਵਾਇਆ ਗਿਆ ਸੰਵਿਧਾਨਕ ਸਭਾ 'ਚ। ਬੜੌਦਾ, ਬੀਕਾਨੇਰ, ਜੈਪੁਰ, ਉਦੈਪੁਰ, ਕੋਚੀਨ, ਰੇਵਾ, ਜੋਧਪੁਰ, ਗਵਾਲੀਅਰ, ਪਟਿਆਲਾ, ਭਾਵਨਗਰ ਅਤੇ ਰਿਆਸਤਾਂ ਦੇ ਪ੍ਰਤੀਨਿਧ ਸੰਵਿਧਾਨ ਸਭਾ ਦੇ ਵਿੱਚ ਸ਼ਾਮਿਲ ਹੋਏ। ਤਾਂ ਇਹ ਕਹਿੰਦੇ ਸੀ ਰਾਜੇ ਮਹਾਰਾਜੇ। ਇਸ ਪਿੱਛੋਂ ਹੌਲੀ ਹੌਲੀ ਇਹਨਾਂ ਰਿਆਸਤਾਂ ਦੇ ਪ੍ਰਤੀਨਿਧ ਅਕਤੂਬਰ 1947 ਦੇ ਵਿੱਚ, ਹੈਦਰਾਬਾਦ ਦੇ ਪ੍ਰਤੀਨਿਧ ਨੇ ਨਵੰਬਰ 1948 ਵਿੱਚ ਇਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਸੰਵਿਧਾਨਕ ਸਭਾ ਦੀਆਂ ਹੋਣੀਆਂ ਸੀ, ਇਸ 'ਚ ਹਿੱਸਾ ਲੈਣਾ ਸਟਾਰਟ ਕਰਤਾ। ਪਹਿਲਾਂ ਤਾਂ ਇਹ ਕਹਿੰਦੇ ਅਸੀਂ ਕੋਈ ਸੰਵਿਧਾਨ ਨੂੰ ਨਹੀਂ ਮੰਨਦੇ, ਸਾਡਾ ਆਪਦਾ ਰਾਜ ਚੱਲੂਗਾ, ਲੇਕਿਨ ਇਹਨਾਂ ਨੇ ਬਾਅਦ ਦੇ ਵਿੱਚ ਜਿਹੜਾ ਸੀਗਾ ਮੀਟਿੰਗ ਅਟੈਂਡ ਕਰਨਾ ਸਟਾਰਟ ਕਰਤਾ। ਫਿਰ ਰਾਸ਼ਟਰੀ ਝੰਡੇ ਨੂੰ ਅਪਣਾਉਣਾ। ਰਾਸ਼ਟਰੀ, ਕਿਉਂਕਿ ਸਾਰੇ ਦੇਸ਼ਾਂ ਦੇ ਆਪਣੇ ਆਪਣੇ ਝੰਡੇ ਸੀ, ਤਾਂ ਭਾਰਤ ਨੂੰ ਵੀ ਇਹ ਕਮੀ ਮਹਿਸੂਸ ਹੋਈ ਕਿ ਸਾਡਾ ਵੀ ਆਪਦਾ ਇੱਕ ਝੰਡਾ ਹੋਣਾ ਚਾਹੀਦਾ। ਤਾਂ 22 ਜੁਲਾਈ 1947 ਨੂੰ ਸੰਵਿਧਾਨ ਸਭਾ ਨੇ ਰਾਸ਼ਟਰੀ ਝੰਡੇ ਨੂੰ ਅਪਣਾਇਆ। ਰਾਸ਼ਟਰੀ ਝੰਡੇ ਵਿੱਚ ਕੇਸਰੀ, ਚਿੱਟਾ ਅਤੇ ਹਰਾ ਸਮਾਨ ਮਤਲਬ ਈਕੁਅਲ ਕੁਆਂਟੀਟੀ ਦੇ ਵਿੱਚ ਜਿਹੜੇ ਹੈਗੇ ਨੇ 3 ਰੰਗ ਨੇ, ਕੇਸਰੀ, ਚਿੱਟਾ, ਹਰਾ। ਵਿਚਕਾਰ ਜਿਹੜੀ ਹੈਗੀ ਹੈ ਚਿੱਟੀ ਪੱਟੀ ਅਤੇ ਨੀਲੇ ਰੰਗ ਦੇ ਵਿੱਚ ਇੱਕ ਅਸ਼ੋਕ ਜਿਹੜਾ ਹੈ ਚੱਕਰ ਹੈ। ਤਾਂ ਜਿਹੜੀ ਚਿੱਟੀ ਪੱਟੀ ਵਿਚਕਾਰ ਦਿੱਤੀ ਪਈ ਹੈ ਉਸ ਦੇ ਵਿੱਚ ਨੀਲੇ ਰੰਗ ਦਾ ਜਿਹੜਾ ਹੈ ਅਸ਼ੋਕ ਚੱਕਰ ਹੈ, ਜਿਸ 'ਚ 24 ਜਿਹੜੀਆਂ ਨੇ ਡੰਡੀਆਂ ਨੇ ਅਤੇ ਖੱਦਰ ਦੀ ਹੀ ਵਰਤੋਂ ਜਿਹੜੀ ਹੈ ਝੰਡੇ ਨੂੰ ਬਣਾਉਣ ਲਈ ਕੀਤੀ ਜਾ ਸਕਦੀ ਹੈ। ਖੱਦਰ ਦਾ ਝੰਡਾ ਹੋਏਗਾ, ਅੱਜ ਕੱਲ੍ਹ ਸਿਲਕ ਦੇ ਚੱਲਦੇ ਆ, ਤਾਂ ਉਹ ਅਸਲੀ ਝੰਡਾ ਨਹੀਂ ਹੈ, ਖੱਦਰ ਦਾ ਝੰਡਾ 3 ਫੁੱਟ ਲੰਬਾ 2 ਫੁੱਟ ਇਹ ਚੌੜਾ ਹੁੰਦਾ। ਤਾਂ ਇਹ ਜਿਹੜਾ ਹੈ ਇਹਨਾਂ ਨੇ ਅਪਣਾਇਆ। ਉਸ ਤੋਂ ਬਾਅਦ 'ਚ ਭਾਰਤ ਦੀ ਵੰਡ ਹੋ ਗਈ। ਭਾਰਤ ਦੀ ਵੰਡ ਅਤੇ ਸੁਤੰਤਰਤਾ ਪ੍ਰਾਪਤੀ ਤੋਂ ਸੰਵਿਧਾਨ ਸਭਾ ਦਾ ਦਰਜਾ। ਹੁਣ ਦੇਖੋ, ਜਦੋਂ ਭਾਰਤ ਦੀ ਵੰਡ ਹੋ ਗਈ, ਠੀਕ ਹੈ, ਪਾਕਿਸਤਾਨ ਜਿਹੜਾ ਸੀਗਾ ਅਲੱਗ ਹੋ ਗਿਆ, ਤਾਂ 15 ਅਗਸਤ ਨੂੰ ਭਾਰਤ ਦੀ ਵੰਡ ਹੋਈ ਅਤੇ ਭਾਰਤ ਅਤੇ ਪਾਕਿਸਤਾਨ ਦੇ ਸੁਤੰਤਰ ਰਾਜਾਂ ਦੇ ਜਨਮ ਹੋ ਗਿਆ, ਕਿਉਂਕਿ ਇਹ ਕੀ ਹੋ ਗਏ, ਅਲੱਗ-ਅਲੱਗ ਨੇਸ਼ਨਸ ਬਣ ਗਏ। ਤਾਂ ਸੁਤੰਤਰਤਾ ਅਧਿਨਿਯਮ 1947 ਨੂੰ ਲਾਗੂ ਕਰਨ ਦੇ ਉੱਤੇ ਹੋਈ। ਬ੍ਰਿਟਿਸ਼ ਪ੍ਰਧਾਨ ਮੰਤਰੀ ਐਟਲੀ ਦੇ ਅਨੁਸਾਰ ਇਸ ਐਕਟ ਦੇ ਦੁਆਰਾ ਭਾਰਤ ਲਈ ਕੋਈ ਨਵਾਂ ਸੰਵਿਧਾਨ ਨਹੀਂ ਬਣਾਇਆ ਗਿਆ, ਸਗੋਂ ਇਹ ਐਕਟ ਸਿਰਫ ਆਦੇਸ਼ਾਤਮਕ ਐਕਟ ਸੀ।
ਭਾਰਤ ਅਤੇ ਪਾਕਿਸਤਾਨ ਦੇ ਪ੍ਰਤੀਨਿਧੀਆਂ ਨੂੰ ਆਪਣੇ ਆਪਣੇ ਦੇਸ਼ ਦੇ ਲਈ ਸੰਵਿਧਾਨ ਬਣਾਉਣ ਦੀ ਸ਼ਕਤੀ ਮਿਲ ਗਈ ਹੈ। ਤਾਂ ਇਹਨੇ ਕਿਹਾ ਵੀ ਜਿਹੜਾ ਹੈ ਸਾਂਝੇ ਨੂੰ ਨਾ ਫੋਲੋ ਕਰੋ, ਤੁਸੀਂ ਆਪਣਾ ਆਪਣਾ ਸੰਵਿਧਾਨ ਜਿਹੜਾ ਹੈ ਫੋਲੋ ਕਰ ਸਕਦੇ ਹੋ। ਸੁਤੰਤਰਤਾ ਤੋਂ ਬਾਅਦ ਸੰਵਿਧਾਨ ਸਭਾ ਦੀ ਸਥਿਤੀ ਵਿੱਚ ਮਹੱਤਵਪੂਰਨ ਤਬਦੀਲੀ ਆਈ। ਠੀਕ ਹੈ, ਪਹਿਲਾਂ ਕੀ ਸੀ, ਇਹ ਪ੍ਰਭੂ ਸੱਤਾ ਬਿਲਕੁਲ ਵੀ ਨਹੀਂ ਸੀ, ਇਸ ਦੇ ਉੱਤੇ ਸ਼ਕਤੀਆਂ ਥੋਪੀਆਂ ਜਾਂਦੀਆਂ ਸੀ, ਕਦੇ ਵੀ ਇਸ ਨੂੰ ਖਾਰਜ ਕੀਤਾ ਜਾ ਸਕਦਾ ਸੀਗਾ ਸੰਵਿਧਾਨਕ ਸਭਾ ਨੂੰ। ਅਤੇ ਇਹ ਕਿਉਂਕਿ ਅੰਗਰੇਜ਼ ਸੀਗੇ ਉਦੋਂ ਤੱਕ ਹੈ ਨਾ 1946 'ਚ, ਤਾਂ ਇਹ ਅੰਗਰੇਜ਼ਾਂ ਦੀ ਬਰਤਾਨਵੀ ਸਰਕਾਰ ਦੀ ਮੰਨਦੀ ਸੀ। ਹੁਣ ਜਦੋਂ ਅੰਗਰੇਜ਼ ਇੱਥੋਂ ਚਲੇ ਗਏ, ਆਜ਼ਾਦੀ ਸਾਨੂੰ ਮਿਲ ਗਈ, ਤਾਂ ਇਹ ਆਪਣੇ ਆਪ 'ਚ ਸੁਤੰਤਰ ਹੋ ਗਈ ਸੰਵਿਧਾਨਕ ਸਭਾ, ਅਤੇ ਕਿਸੇ ਵੀ ਕਿਸਮ ਦਾ ਇਸ 'ਤੇ ਰੋਕ ਟੋਕ ਬਾਹਰੋਂ ਦੀ ਨਹੀਂ ਸੀ। ਸੰਵਿਧਾਨਕ ਸਭਾ ਹੁਣ ਦੋ ਰੂਪਾਂ 'ਚ ਕੰਮ ਕਰਦੀ ਸੀ, ਇੱਕ ਤਾਂ ਉਸਨੇ ਸੰਵਿਧਾਨ ਵੀ ਬਣਾਉਣਾ ਸੀ, ਦੂਜਾ ਕਾਨੂੰਨਾਂ ਦਾ ਨਿਰਮਾਣ ਵੀ ਕਰਨਾ ਸੀ ਭਾਰਤ ਦੇ ਲਈ। ਇਸ ਤਰ੍ਹਾਂ ਇਸਨੇ ਸੰਵਿਧਾਨ ਸਭਾ ਸੰਸਦ ਦੇ ਰੂਪ 'ਚ ਕੰਮ ਕਰਨਾ। ਇਹ ਸੀ ਜਿਹੜੀ ਆਪਣੀ ਪਹਿਲੇ ਵਾਲੀ ਤਾਂ ਕੰਮ ਕਰ ਹੀ ਰਹੀ ਸੀਗੀ। ਠੀਕ ਹੈ, ਉਹੀ ਜਿਹੜੀ ਸੀਗੀ ਹੁਣ ਪ੍ਰਭੂ ਸੱਤਾ ਰਾਜ ਦੇ ਵਿੱਚ ਕੰਮ ਕਰਨਾ ਸਟਾਰਟ ਕਰਤਾ। ਠੀਕ ਹੈ, ਤਾਂ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇਹ ਪਹਿਲੇ ਵਾਲੀ ਦਾ ਮਤਲਬ ਕੀ ਹੈ, ਜਿਹੜੀ ਬਰਤਾਨਵੀ ਸਰਕਾਰ ਦੇ ਅੰਡਰ ਕੰਮ ਕਰਦੀ ਸੀ। ਸੰਵਿਧਾਨ ਤਾਂ ਬਣਾ ਰਹੇ ਸੀ, ਲੇਕਿਨ ਪ੍ਰੈਸ਼ਰ ਕਿਹਦਾ ਸੀਗਾ, ਬਰਤਾਨਵੀ ਸਰਕਾਰ ਦਾ। ਹੁਣ ਇਹਦੇ ਵਿੱਚ ਕੀ ਹੋਇਆ ਕਿ ਜਿਹੜੇ ਅੰਗਰੇਜ਼ ਸੀ ਉਹ ਚਲੇ ਗਏ, ਤੇ ਹੁਣ ਇਹ ਸੁਤੰਤਰ ਰੂਪ ਦੇ ਵਿੱਚ ਜਿਹੜੀ ਸੀਗੀ ਕੰਮ ਕਰਨ ਲੱਗ ਗਈ। 26 ਨਵੰਬਰ 1949 ਤੱਕ ਇਹ ਸਭਾ ਜਿਹੜੀ ਸੀਗੀ ਦੋਹਾਂ ਕਿਸਮਾਂ 'ਤੇ ਕੰਮ ਕਰਦੀ ਰਹੀ। ਸੰਵਿਧਾਨ ਸਭਾ ਵੀ ਜਿਹੜੀ ਸੀ ਕਾਨੂੰਨਾਂ ਦਾ ਵੀ ਨਿਰਮਾਣ ਕਰਦੀ ਰਹੀ, ਸੰਵਿਧਾਨ ਦਾ ਵੀ ਨਿਰਮਾਣ ਕਰਦੀ ਰਹੀ। ਪਰ ਬਾਅਦ ਦੇ ਵਿੱਚ ਜਿਹੜਾ ਸੀ, ਹੁਣ ਦੇਖੋ ਸੰਵਿਧਾਨ ਬਣ ਗਿਆ, ਹੁਣ ਇਹ ਇਸ ਦਾ ਇੱਕ ਕੰਮ ਤਾਂ ਕੰਪਲੀਟ ਹੋ ਗਿਆ, ਪਰ ਬਾਅਦ 'ਚ ਇਹ ਕਿਹੜਾ ਕੰਮ ਕਰਦੀ ਰਹੀ, ਕਾਨੂੰਨ ਬਣਾਉਣ ਦਾ। ਠੀਕ ਹੈ, ਇਹ ਤਾਂ 2 ਸਾਲ ਲਗਭਗ ਅਪਰੋਕਸੀਮੇਟਲੀ ਦੇ ਹੈਗਾ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕਿੰਨੇ ਸਾਲ, ਕਿੰਨੇ ਮਹੀਨੇ ਅਤੇ ਕਿੰਨੇ ਦਿਨ ਲੱਗੇ, ਅਤੇ ਕਿੰਨੇ ਪੈਸਿਆਂ ਦਾ ਜਿਹੜਾ ਸੀਗਾ ਇਸ 'ਤੇ ਕੋਸਟ ਆਈ। ਫਾਈਨ, ਤਾਂ ਮਸੌਦਾ ਸਮਿਤੀ ਦੀ ਨਿਯੁਕਤੀ। ਹੁਣ ਉਸ ਤੋਂ ਬਾਅਦ ਕੀ ਹੋਇਆ, ਸੰਵਿਧਾਨ ਸਭਾ ਦਾ 5ਵਾਂ ਸਮਾਗਮ ਹੋਇਆ 14 ਅਗਸਤ 1947 ਨੂੰ, ਜਦੋਂ ਆਪਣੇ ਦੇਸ਼ ਨੂੰ ਆਜ਼ਾਦੀ ਮਿਲਣੀ ਸੀ, ਉਸ ਦਿਨ ਤੋਂ ਇੱਕ ਦਿਨ ਪਹਿਲਾਂ। ਤਾਂ ਇਹ ਜਦੋਂ ਸਟਾਰਟਿੰਗ ਮੀਟਿੰਗ ਹੋਈ, ਇਹ 14 ਅਗਸਤ 1947 ਨੂੰ ਸਟਾਰਟ ਹੋਈ, 30 ਅਗਸਤ 1947 ਤੱਕ ਚੱਲਦੀ ਰਹੀ। ਵੱਖ-ਵੱਖ ਸਮਿਤੀਆਂ ਦੀ ਰਿਪੋਰਟ ਦੇ ਆਧਾਰ 'ਤੇ ਇੱਕ ਮਸੌਦਾ ਤਿਆਰ ਕੀਤਾ ਗਿਆ, ਇਸ ਨੂੰ ਕਹਿੰਦੇ ਆਪਾਂ ਮਸੌਦਾ ਸਮਿਤੀ। ਠੀਕ ਹੈ, ਡਰਾਫਟਿੰਗ ਕਮੇਟੀ, ਖਰੜਾ ਤਿਆਰ ਕਰਨਾ। ਤਾਂ 29 ਅਗਸਤ 1947 ਨੂੰ ਸੰਵਿਧਾਨ ਸਭਾ ਨੇ ਡਾਕਟਰ BR ਅੰਬੇਦਕਰ ਦੀ ਪ੍ਰਧਾਨਗੀ ਵਿੱਚ 7 ਮੈਂਬਰਾਂ ਨੂੰ ਮਸੌਦਾ ਸਮਿਤੀ ਦੀ ਨਿਯੁਕਤੀ ਕੀਤੀ। ਠੀਕ ਹੈ, ਸੰਵਿਧਾਨ ਸਭਾ ਤਾਂ ਇਹ ਬਣਾਈ ਹੋਈ ਸੀ, ਇਹਦੇ ਵਿੱਚ ਮੈਂਬਰ ਵੀ ਐਡ ਔਨ ਕੀਤੇ ਗਏ ਸੀ, ਇਹ ਤਿਆਰ ਵੀ ਕਰ ਰਹੀ ਸੀ, ਲੇਕਿਨ ਪੂਰਾ ਡਰਾਫਟ ਕਿੱਥੇ ਕੀ ਹੋਣਾ ਹੈ, ਤਾਂ ਇਹ ਡਰਾਫਟਿੰਗ ਦੀ ਕਮੇਟੀ ਦੇ ਜਿਹੜੇ ਪ੍ਰਧਾਨਗੀ ਸੀ, ਇਹ ਕੌਣ ਕਰ ਰਹੇ ਸੀ, ਡਾਕਟਰ BR ਅੰਬੇਦਕਰ। ਠੀਕ ਹੈ, ਤਾਂ ਇਹਨਾਂ ਨੇ ਇੱਕ ਮਸੌਦਾ ਤਿਆਰ ਕਰਨ ਦੇ ਵਿੱਚ ਜਿਹੜਾ ਸੀਗਾ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਮਸੌਦਾ ਕਮੇਟੀ, ਡਰਾਫਟਿੰਗ ਕਮੇਟੀ ਨੂੰ ਕਹਿੰਦੇ ਆ, ਤਾਂ ਇਹਨਾਂ ਨੇ ਜਿਹੜਾ ਸੀਗਾ 21 ਫਰਵਰੀ ਨੂੰ ਮਸੌਦਾ ਤਿਆਰ ਕਰਕੇ ਜਿਹੜਾ ਸੀ ਸਭਾ ਦੇ ਪ੍ਰਧਾਨ ਨੂੰ ਪੇਸ਼ ਕਰਤਾ 21 ਫਰਵਰੀ 1948 ਦੇ ਵਿੱਚ। ਮਸੌਦਾ ਸੰਮਤੀ ਦੇ ਉੱਤੇ ਰਿਪੋਰਟ ਅਤੇ ਬਹਿਸ। ਹੁਣ ਦੇਖੋ ਇਹ ਚੀਜ਼ ਪੇਸ਼ ਸਿੱਧੀ ਤਾਂ ਨਹੀਂ ਸੀ ਹੋਣੀ, ਤਾਂ ਇਹਨਾਂ ਨੇ ਡਰਾਫਟ ਜਿਹੜਾ ਸੀ ਬਣਾ ਕੇ ਦੇਤਾ, ਫਿਰ ਇਸ 'ਤੇ ਬਹਿਸ ਹੋਈ ਵੀ ਇਹ ਸਹੀ ਹੈ, ਕਿਹੜੀ ਚੀਜ਼ ਗਲਤ ਹੈ, ਕਿਹੜੀ ਚੀਜ਼ ਕੱਟਣੀ ਚਾਹੀਦੀ ਹੈ, ਕਿਹੜੀ ਚੀਜ਼ ਵਿੱਚ ਜਿਹੜੀ ਹੈਗੀ ਐਡ ਔਨ ਕਰਨੀ ਚਾਹੀਦੀ ਹੈ। ਤਾਂ 21 ਫਰਵਰੀ 1948 ਨੂੰ ਮਸੌਦਾ ਨੇ ਜੋ ਆਪਣੀ ਰਿਪੋਰਟ ਦਿੱਤੀ ਸੀ, ਉਸ 'ਚ 315 ਅਨੁਛੇਦ, 8 ਅਨੁਸੂਚੀਆਂ ਸਨ। ਸੰਵਿਧਾਨ ਸਭਾ ਦੇ ਮੈਂਬਰਾਂ, ਪ੍ਰਾਂਤੀ ਵਿਧਾਨ ਮੰਡਲਾਂ ਅਤੇ ਜਨਤਾ ਨੂੰ ਮਸੌਦਾ ਸੰਵਿਧਾਨ 'ਤੇ ਸੋਚ ਵਿਚਾਰ ਕਰਨ ਲਈ 8 ਮਹੀਨੇ ਦਾ ਟਾਈਮ ਦਿੱਤਾ ਗਿਆ, ਕਿ ਬਾਕੀ ਦੇ ਜਿਹੜੇ ਲੀਡਰ ਨੇ, ਐਕਸਪੀਰੀਅੰਸਡ ਪੀਪਲ ਨੇ, ਪੜ੍ਹੇ ਲਿਖੇ ਨੇ, ਬਾਕੀ ਪ੍ਰਾਂਤਾਂ ਦੇ ਮੈਂਬਰ ਨੇ ਜਿਹੜੇ ਵੀ, ਠੀਕ ਹੈ, ਸਭਾ ਦੇ ਜਿਹੜੇ ਵੀ ਟੋਟਲ ਮੈਂਬਰ ਹੈ, ਸੋ ਇਹ ਖਰੜਾ ਕਮੇਟੀ 'ਚ ਤਾਂ ਜਿਹੜੇ ਸੀਗੇ ਆਪਣੇ ਕਿੰਨੇ ਮੈਂਬਰ ਸੀ, ਹੁਣ ਦੇਖੋ 7 ਮੈਂਬਰ ਸੀਗੇ। ਠੀਕ ਹੈ, ਅਤੇ ਇਹਨਾਂ ਦੀ ਪ੍ਰਧਾਨਗੀ ਦੇ ਵਿੱਚ ਡਾਕਟਰ BR ਅੰਬੇਦਕਰ ਦੀ ਪ੍ਰਧਾਨਗੀ 'ਚ 7 ਮੈਂਬਰ ਸੀ। ਠੀਕ ਹੈ, ਡਰਾਫਟਿੰਗ ਬਣਾਉਣ ਦੇ ਵਿੱਚ। ਲੇਕਿਨ ਜਿਹੜੇ ਬਾਕੀ ਦੇ ਮੈਂਬਰ ਸੀਗੇ, ਜਿਹੜੇ ਆਪਾਂ ਪਿੱਛੇ ਪੜ੍ਹੇ ਕਿ ਇੰਨੇ ਸਾਰੇ ਮੈਂਬਰ ਸੀ, ਤਾਂ ਉਹਨਾਂ ਨੂੰ ਜਿਹੜਾ ਸੀਗਾ ਇਸ ਦੇ ਉੱਤੇ ਸੋਚ ਵਿਚਾਰ ਦਾ ਟਾਈਮ ਕਿੰਨਾ ਦਿੱਤਾ ਗਿਆ, 8 ਮਹੀਨੇ, ਕਿ ਤੁਸੀਂ ਇਹਦੇ 'ਚ ਦੇਖੋ ਕੀ ਐਡ ਔਨ ਕਰਨਾ, ਕੀ ਡਿਲੀਟ ਕਰਨਾ। ਤਾਂ ਇਹਦਾ ਫਿਰ 6ਵੀਂ ਮੀਟਿੰਗ ਬੁਲਾਈ ਗਈ 8 ਨਵੰਬਰ 1948 ਨੂੰ। ਹੁਣ ਦੇਖੋ ਜਨਵਰੀ 'ਚ ਰਿਪੋਰਟ ਦਿੱਤੀ ਹੈ 21 ਫਰਵਰੀ ਨੂੰ, ਤਾਂ 21 ਫਰਵਰੀ ਤੋਂ ਬਾਅਦ 'ਚ ਨਵੰਬਰ ਦੇ ਵਿੱਚ ਜਿਹੜੀ ਹੈ ਦੁਬਾਰਾ ਮੀਟਿੰਗ ਹੋਈ ਹੈ 1948 ਦੇ ਵਿੱਚ, ਅਤੇ ਇਸ ਦੇ ਵਿੱਚ ਸੋਚ ਵਿਚਾਰ ਸਟਾਰਟ ਹੋਈ। 9 ਨਵੰਬਰ 1948 ਦੇ 5 ਦਿਨ, ਠੀਕ ਹੈ, 4 ਨਵੰਬਰ ਤੋਂ ਲੈ ਕੇ 9 ਨਵੰਬਰ ਤੱਕ ਇਹ ਮੀਟਿੰਗ ਚੱਲੀ, ਅਤੇ ਸੰਵਿਧਾਨ ਦੇ ਮਸੌਦੇ ਦੀ ਜਿਹੜਾ ਡਰਾਫਟ ਸੀ ਉਸਦੀ ਦੂਜੀ ਪੜ੍ਹਤ ਜਿਹੜੀ ਸੀ 15 ਨਵੰਬਰ 1948 ਨੂੰ ਸ਼ੁਰੂ ਹੋਈ, 17 ਦਸੰਬਰ ਤੱਕ ਚੱਲੀ। ਮਤਲਬ 2 ਵਾਰ ਮੀਟਿੰਗਸ ਇਸੇ ਰਿਲੇਟਡ ਹੋਈਆਂ ਕਿ ਡਰਾਫਟਿੰਗ ਕਮੇਟੀ ਦੀਆਂ, ਕਿ ਵੀ ਕੀ ਕਰਨਾ ਹੈ ਬਾਕੀ ਮੈਂਬਰਸ ਦੇ ਨਾਲ। ਠੀਕ ਹੈ, ਤਾਂ ਇਸ ਪੜ੍ਹਤ ਦੇ ਵਿੱਚ ਜਿਹੜਾ ਸੰਵਿਧਾਨ ਦੀ ਹਰੇਕ ਧਾਰਾ ਸੋਚ ਵਿਚਾਰ ਕੀਤੀ ਗਈ, ਹਰੇਕ ਧਾਰਾਵਾਂ, ਤਾਂ ਧਾਰਾਵਾਂ ਜਿਹੜੀਆਂ ਸੀਗੀਆਂ ਕਿੰਨੀਆਂ ਸੀ, ਠੀਕ ਹੈ, 315 ਅਨੁਛੇਦ ਸੀ, 8 ਅਨੁਸੂਚੀਆਂ, ਅਤੇ ਇਹਨਾਂ ਸਾਰੀਆਂ 'ਤੇ ਵਾਰੀ-ਵਾਰੀ ਇੱਕ-ਇੱਕ ਕਰਕੇ ਸੋਚ ਵਿਚਾਰ ਕੀਤੀ ਗਈ।
ਸੰਵਿਧਾਨ ਸਭਾ ਦੇ ਮੈਂਬਰਾਂ ਨੇ 2635 ਸ਼ੋਧ ਪ੍ਰਸਤਾਵ ਪੇਸ਼ ਕੀਤੇ। 2473 ਸ਼ੋਧਾਂ 'ਤੇ ਵਿਚਾਰ ਕੀਤਾ ਗਿਆ ਅਤੇ ਮਸੌਦਾ ਸੰਵਿਧਾਨ ਦੀ ਤੀਸਰੀ ਪੜ੍ਹਤ ਹੋਈ ਫਿਰ 14 ਨਵੰਬਰ 1949 ਨੂੰ, ਜਿਹੜੀ ਕਿ ਚੱਲੀ 26 ਨਵੰਬਰ 1949 ਤੱਕ। ਹੁਣ ਦੇਖੋ ਜਿਹੜੀਆਂ ਹੈ ਤੀਜੀ ਇਸਦੇ ਡਰਾਫਟਿੰਗ ਜੋ ਵੀ ਇਹਨਾਂ ਨੇ ਡਰਾਫਟ ਕਰਕੇ ਦਿੱਤਾ ਸੀ, ਇਸ ਦੇ ਬਾਰੇ 3 ਵਾਰ ਜਿਹੜੀਆਂ ਸੀਗੀਆਂ ਮੀਟਿੰਗਾਂ ਬੁਲਾਈਆਂ ਗਈਆਂ ਅਤੇ 2 ਵਾਰ ਜਦੋਂ ਇਸ ਦੇ ਬਾਰੇ ਲੋਕਾਂ ਨੇ ਪ੍ਰਸਤਾਵ ਪੇਸ਼ ਕੀਤਾ ਆ ਨਹੀਂ ਆ ਹੋਣਾ ਚਾਹੀਦਾ ਆ ਨਹੀਂ ਆ, ਤਾਂ ਉਸ ਤੋਂ ਬਾਅਦ ਫਿਰ ਇਸ ਨੂੰ ਸੋਧ ਕੇ ਜਿਹੜਾ ਸੀ ਦੁਬਾਰਾ ਪੇਸ਼ ਕੀਤਾ ਗਿਆ। ਤਾਂ ਜਦੋਂ ਹੋਣ ਵਾਲਾ ਸੀ ਕੰਮ ਤੀਜੀ ਵਾਲਾ ਤਾਂ ਉਹ ਲਾਸਟ ਸੀ 26 ਨਵੰਬਰ 1949 ਨੂੰ ਸੰਵਿਧਾਨ ਸਭਾ ਦੇ ਪ੍ਰਧਾਨ ਡਾਕਟਰ ਰਜਿੰਦਰ ਪ੍ਰਸਾਦ ਨੇ ਮਸੌਦੇ 'ਤੇ ਸਾਈਨ ਕਰ ਦਿੱਤੇ, ਕਿਉਂਕਿ ਇਹ ਪੂਰੀ ਤਰੀਕੇ ਨਾਲ ਸਾਡਾ ਸੰਵਿਧਾਨ ਜਿਹੜਾ ਸੀ ਤਿਆਰ ਹੋ ਗਿਆ ਸੀਗਾ 26 ਨਵੰਬਰ 1949 ਨੂੰ। ਹੁਣ ਦੇਖੋ 26 ਨਵੰਬਰ 1949 ਨੂੰ ਤਿਆਰ ਹੋ ਗਿਆ ਸੀ, ਪਰ ਲਾਗੂ ਇਹਨਾਂ ਨੇ ਕਦੋਂ ਕੀਤਾ? 26 ਜਨਵਰੀ 1950 ਨੂੰ। ਕਿਉਂ ਲਾਗੂ ਕੀਤਾ? ਕਿਉਂਕਿ 26 ਜਨਵਰੀ ਨੂੰ ਇਹਨਾਂ ਨੇ ਆਜ਼ਾਦੀ ਦਿਵਸ ਮਨਾਇਆ ਸੀਗਾ। ਕਿੰਨੇ ਸਾਲ ਮਨਾਉਂਦੇ ਰਹੇ ਨੇ, ਠੀਕ ਹੈ, ਕਿਉਂਕਿ ਇਹਨਾਂ ਨੇ ਉਹ ਕੀਤਾ ਸੀ ਕਿ ਹਾਂ ਅਸੀਂ ਇਸ ਦਿਨ ਹਮੇਸ਼ਾ 26 ਜਨਵਰੀ ਨੂੰ ਆਜ਼ਾਦੀ ਦਿਵਸ ਮਨਾਵਾਂਗੇ, ਲੇਕਿਨ ਇਹ 15 ਅਗਸਤ ਨੂੰ ਅਸੀਂ ਆਜ਼ਾਦੀ ਦਿਵਸ ਮਨਾਉਂਦੇ, ਤਾਂ ਇਹਨਾਂ ਨੇ ਕਿਹਾ ਵੀ 26 ਜਨਵਰੀ ਨੂੰ ਆਪਾਂ ਗਣਤੰਤਰ ਦਿਵਸ ਮਨਾਇਆ ਕਰਾਂਗੇ, ਠੀਕ ਹੈ। ਤਾਂ ਸੰਵਿਧਾਨਕ ਸਭਾ ਦਾ ਆਖਰੀ ਸਮਾਗਮ ਕਦੋਂ ਹੋਇਆ? ਤਾਂ 24 ਜਨਵਰੀ 1950 ਨੂੰ ਸੰਵਿਧਾਨ ਸਭਾ ਦਾ ਆਖਰੀ ਸਮਾਗਮ ਹੋਇਆ, ਮੀਟਿੰਗ ਹੋਈ ਅਤੇ ਸਰਬਸੰਮਤੀ ਨਾਲ ਡਾਕਟਰ ਰਜਿੰਦਰ ਪ੍ਰਸਾਦ ਨੂੰ ਭਾਰਤ ਦਾ ਪਹਿਲਾ ਰਾਸ਼ਟਰਪਤੀ ਜਿਹੜਾ ਸੀਗਾ ਚੁਣਿਆ ਗਿਆ ਅਤੇ ਸੰਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੇ ਸੰਵਿਧਾਨ 'ਤੇ ਦਸਤਖਤ ਕੀਤੇ। ਉਸ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਇਸ 'ਤੇ ਸਾਈਨ ਕਰਨ ਵਾਲੇ ਜਿਹੜੇ ਸੀ ਪਹਿਲੇ ਵਿਅਕਤੀ ਸਨ। 26 ਜਨਵਰੀ 1950 ਨੂੰ ਇਸ ਸੰਵਿਧਾਨ ਨੂੰ ਲਾਗੂ ਕਰ ਦਿੱਤਾ ਗਿਆ ਅਤੇ ਸੰਵਿਧਾਨ ਨੂੰ 26 ਜਨਵਰੀ ਨੂੰ ਇਸ ਲਈ ਲਾਗੂ ਕੀਤਾ ਗਿਆ ਕਿਉਂਕਿ ਸੰਵਿਧਾਨ ਨਿਰਮਾਤਾ ਭਾਰਤ ਦੇ ਪਹਿਲੇ ਸੁਤੰਤਰਤਾ ਦਿਵਸ 26 ਜਨਵਰੀ 1930 ਦੀ ਪੁਰਾਣੀ ਯਾਦਗਾਰ ਨੂੰ ਸਨਮਾਨਿਤ ਕਰਨਾ ਚਾਹੁੰਦੇ ਸੀ, ਠੀਕ ਹੈ, ਜਿਹੜੀ ਗੱਲ ਮੈਂ ਹੁਣੇ ਕਹਿ ਕੇ ਹਟੀ ਹਾਂ। ਤਾਂ ਭਾਰਤੀ ਸੰਵਿਧਾਨ ਦੇ ਪੂਰਨ ਹੋਣ ਦੇ ਨਾਲ ਜਿਹੜਾ ਪੂਰਨ ਹੋਣ ਮਤਲਬ ਕਿੰਨਾ ਟਾਈਮ ਪੀਰੀਅਡ ਲੱਗਿਆ ਹੈ? 2 ਸਾਲ 11 ਮਹੀਨੇ 18 ਦਿਨ ਅਤੇ 64 ਲੱਖ ਦੇ ਕਰੀਬ, ਠੀਕ ਹੈ। 63 ਲੱਖ ਕੁਛ ਰੁਪਏ ਸੀ, ਲੇਕਿਨ ਆਪਾਂ ਅਪਰੋਕਸੀਮੇਟਲੀ 64 ਲੱਖ ਗਿਣਦੇ ਹਾਂ। ਤਾਂ ਹੁਣੇ ਤੁਹਾਨੂੰ ਕੁਐਸਚਨ ਦਿੱਤਾ ਸੀ, ਤਾਂ ਕੁਐਸਚਨ ਦਾ ਆਨਸਰ ਇਹ ਹੈ 2 ਸਾਲ 11 ਮਹੀਨੇ 18 ਦਿਨ ਟੋਟਲ ਲੱਗੇ ਨੇ। ਸੋ ਇਹ ਸੀ ਅੱਜ ਦਾ ਵੀਡੀਓ। ਨੈਕਸਟ ਵਾਲਾ ਕੁਐਸਚਨ ਪ੍ਰਸਤਾਵਨਾ ਵਾਲਾ ਮੈਂ ਆਲਰੇਡੀ ਕਰਵਾ ਚੁੱਕੀ ਹਾਂ। ਇਸ ਤੋਂ ਇਲਾਵਾ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਨੈਕਸਟ ਟੌਪਿਕ ਹੋਏਗਾ। ਸੋ ਥੈਂਕ ਯੂ ਸੋ ਮਚ।